ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਵੀ ਬੜੇ ਵੱਡੇ ਆਪਣਾ ਗੁਲਦਸਤੇ ਲੈ ਕੇ ਜਾਂਦੇ ਹੁੰਦੇ ਸੀ ਕੈਪਟਨ ਸਾਹਿਬ ਕੋਲੇ, ਤੇ ਕਦੇ ਇਹਨਾਂ ਦੀ ਜ਼ਰੂਰਤ ਨਹੀਂ ਪਈ ਸੀ, ਚੂੰ ਵੀ ਕਰ ਜਾਂਦੇ ਉਹਨਾਂ ਦੇ ਅਗੇਂਸਟ। ਅੱਜ ਜਦੋਂ ਹੁਣ ਉਹ ਰਾਜ ਤੋਂ ਲੈ ਗਏ ਤਾਂ ਹੁਣ ਇਹਨਾਂ ਨੂੰ ਉਹ ਆਪਣਾ ਅਬਦਾਲੀ ਦੇਖਣ ਲੱਗ ਪਏ। ਜੇ ਇਹਨਾਂ 'ਚ ਇੰਨੀ ਜ਼ਰੂਰਤ ਸੀ ਉਦੋਂ ਬੋਲਦੇ ਜਦੋਂ ਉਹ ਬੈਠਾ ਸੀ ਕੁਰਸੀ ਤੇ। ਰਜ਼ੀਆ ਸੁਲਤਾਨਾ ਦੇ ਹੁੰਦੇ ਤੁਸੀਂ ਕਹਿੰਦੇ ਹੋ ਲੁੱਟ ਹੋਈ ਆ, ਹੁਣ ਤਾਂ ਫਿਰ ਮੰਤਰੀ ਦਾ ਉਹਦਾ ਦੇਤਾ, ਔਰ ਤੇਰੇ ਸਿੱਧੂ ਸਾਹਿਬ ਨੇ ਦੇਤਾ। ਉਹਨਾਂ ਦਾ ਹਸਬੈਂਡ ਤੇਰੇ ਸਿੱਧੂ ਸਾਹਿਬ ਦਾ ਖਾਸ ਮਤਲਬ ਕਿ ਸਲਾਹਕਾਰ ਆ, ਤੇ ਫਿਰ ਤੁਸੀਂ ਸਾਰੇ ਚੋਰਾਂ ਨਾਲ ਕੁੱਤੀ ਰਲੀ ਵੀ ਹੈ, ਹੋਰ ਕੀ ਹੈ ਇਹ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਜਦੋਂ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਬਣੇ ਨੇ ਤਦ ਤੋਂ ਲੈ ਕੇ ਲਗਾਤਾਰ ਔਰ ਚਰਚਾ ਦੇ ਵਿੱਚ ਨੇ। ਟਰਾਂਸਪੋਰਟ ਮੰਤਰੀ ਦੇ ਵੱਲੋਂ ਲਗਾਤਾਰ ਬੱਸਾਂ ਦੇ ਪਰਮਿਟ ਕੈਂਸਲ ਕੀਤੇ ਜਾ ਰਹੇ ਨੇ। ਨਾਲ ਵੱਡਾ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਇੱਕ ਦਿਨ ਦੀ ਆਮਦਨ ਕਰੋੜ ਰੁਪਈਏ ਤੱਕ ਵਧਾ ਦਿੱਤੀ ਹੈ। ਉਹਨਾਂ ਦੇ ਵੱਲੋਂ ਪੁਰਾਣੀ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਬਾਦਲ ਸਰਕਾਰ ਵੇਲੇ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਵੱਡੀਆਂ ਧਾਂਦਲੀਆਂ ਹੋਈਆਂ। ਇੱਥੋਂ ਤੱਕ ਰਾਜਾ ਵੜਿੰਗ ਨੇ ਕਹਿ ਦਿੱਤਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਨੂੰ ਕਈ ਵਾਰ ਲੁੱਟਿਆ, ਕਈ ਵਾਰ ਕੁੱਟਿਆ, ਤੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਿਛਲੇ ਸਮੇਂ ਦੌਰਾਨ ਹੋਈ ਲੁੱਟ ਨੂੰ ਦੇਖ ਕੇ ਸ਼ਰਮ ਆਉਂਦੀ ਹੋਏਗੀ। ਸਾਡੇ ਨਾਲ ਅੱਜ ਡਿੰਪੀ ਢਿੱਲੋਂ ਮੌਜੂਦ ਨੇ। ਇਹਨਾਂ ਦੇ ਵੀ ਜਿਹੜੇ ਪਰਮਿਟ ਨੇ ਉਹ ਰਾਜਾ ਵੜਿੰਗ ਦੇ ਵੱਲੋਂ ਕੈਂਸਲ ਕੀਤੇ ਗਏ ਨੇ। ਗੱਲਬਾਤ ਕਰਦੇ ਹਾਂ ਕਿੰਨੀਆਂ ਕੁ ਬੱਸਾਂ ਇਹਨਾਂ ਦੀਆਂ ਬੰਦ ਕੀਤੀਆਂ ਗਈਆਂ ਨੇ। ਢਿੱਲੋਂ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅਨਮਿਊਟ ਟੀਵੀ ਦਾ। ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਬੱਸਾਂ ਦੇ ਪਰਮਿਟ ਕੈਂਸਲ ਕੀਤੇ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਅਬਦਾਲੀ ਨੂੰ ਵੀ ਸ਼ਰਮ ਆ ਗਈ ਹੋਏਗੀ ਜਦੋਂ ਦਾ ਉਹਨਾਂ ਨੇ ਇੱਥੋਂ ਦੀ ਲੁੱਟ ਖਸੁੱਟ ਨੂੰ ਦੇਖਿਆ ਵੀ ਇੰਨੀ ਲੁੱਟ ਹੋਈ ਹੈ ਪਿਛਲੇ ਸਮੇਂ ਦੌਰਾਨ। ਤੁਹਾਨੂੰ ਉਹਨਾਂ ਨੇ ਉਸ ਕੈਟਾਗਰੀ ਦੇ ਵਿੱਚ ਖੜਾ ਕਰ ਦਿੱਤਾ। ਨਹੀਂ ਸਰ, ਇਹ ਲੁੱਟ ਖਸੁੱਟ ਜਿਹੜੀ ਹੋਈ ਆ ਜੀ, ਇਹ ਕਿਹਦੇ ਰਾਜ ਦੇ ਦੌਰਾਨ ਹੋਈ ਆ? ਮਾੜਾ ਜਿਹਾ ਇਹ ਵੀ ਪਲੀਜ਼ ਕਲੀਅਰ ਕਰ ਦਿਓ। ਉਹਨਾਂ ਨੇ ਕਿਹਾ ਕਿ 10 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਤੇ 4.5 ਜਿਹੜੀ ਆ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ। ਇੱਥੋਂ ਤੱਕ ਕਿਹਾ ਕਿ ਭਤੀਜਾਵਾਦ ਤੇ ਚਾਚਾ ਭਤੀਜਾ ਆਪਸ ਦੇ ਵਿੱਚ ਰਲੇ ਹੋਏ ਸੀ। ਉਦੋਂ ਤਾਂ ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਵੀ ਬੜੇ ਵੱਡੇ ਆਪਣਾ ਗੁਲਦਸਤੇ ਲੈ ਕੇ ਜਾਂਦੇ ਹੁੰਦੇ ਸੀ ਕੈਪਟਨ ਸਾਹਿਬ ਕੋਲੇ, ਤੇ ਕਦੇ ਇਹਨਾਂ ਦੀ ਜ਼ਰੂਰਤ ਨਹੀਂ ਪਈ ਸੀ, ਚੂੰ ਵੀ ਕਰ ਜਾਂਦੇ ਉਹਨਾਂ ਦੇ ਅਗੇਂਸਟ। ਅੱਜ ਜਦੋਂ ਹੁਣ ਉਹ ਰਾਜ ਤੋਂ ਲੈ ਗਏ ਤਾਂ ਹੁਣ ਇਹਨਾਂ ਨੂੰ ਉਹ ਆਪਣਾ ਅਬਦਾਲੀ ਦੇਖਣ ਲੱਗ ਪਏ। ਜੇ ਇਹਨਾਂ 'ਚ ਹਿੰਮਤ ਸੀ ਨਾ, ਜੇ ਇਹਨਾਂ 'ਚ ਇੰਨੀ ਜ਼ਰੂਰਤ ਸੀ ਉਦੋਂ ਬੋਲਦੇ ਜਦੋਂ ਉਹ ਬੈਠਾ ਸੀ ਕੁਰਸੀ ਤੇ। ਫਿਰ ਦੱਸਦੇ ਇਹਨੂੰ ਵੀ ਕਿ ਮੁਹੰਮਦ ਅਬਦਾਲੀ ਕਿਹੜਾ ਤੇ ਉਹ ਕਿਹੜਾ। ਪਿੱਠ ਪਿੱਛੇ ਤਾਂ ਸਾਰੀ ਦੁਨੀਆ ਹੀ ਬੋਲਦੀ ਆ ਜੀ। ਹੁਣ ਉਹ ਜਾਵੜੇ ਹੁਣ ਬੋਲੀ ਜਾਂਦੇ ਆ। ਇਹ ਤਾਂ ਕੋਈ ਜਵਾਬ ਨਾ ਹੋਇਆ। ਕੋਈ ਸਵਾਲ ਹੋਵੇ ਜਿਹੜਾ ਤੂੰ ਉਦੋਂ ਰੌਲਾ ਪਾਇਆ ਹੁੰਦਾ ਵੀ ਇੱਥੇ ਲੁੱਟ ਖਸੁੱਟ ਹੋ ਰਹੀ ਆ, ਚੋਰੀ ਕਰਦੇ ਆ, ਇਹ ਆ ਉਹ ਆ, ਤੇ ਜਿਹੜੀ ਤੇਰੇ ਮੰਤਰੀ ਦੇ ਹੁੰਦੇ ਰਜ਼ੀਆ ਸੁਲਤਾਨਾ ਦੇ ਹੁੰਦੇ ਤੁਸੀਂ ਕਹਿੰਦੇ ਹੋ ਲੁੱਟ ਹੋਈ ਆ, ਹੁਣ ਤਾਂ ਫਿਰ ਮੰਤਰੀ ਦਾ ਉਹਦਾ ਦੇਤਾ, ਔਰ ਤੇਰੇ ਸਿੱਧੂ ਸਾਹਿਬ ਨੇ ਦੇਤਾ। ਉਹਨਾਂ ਦਾ ਹਸਬੈਂਡ ਤੇਰੇ ਸਿੱਧੂ ਸਾਹਿਬ ਦਾ ਖਾਸ ਮਤਲਬ ਕਿ ਸਲਾਹਕਾਰ ਆ, ਤੇ ਫਿਰ ਤੁਸੀਂ ਸਾਰੇ ਚੋਰਾਂ ਨਾਲ ਕੁੱਤੀ ਰਲੀ ਵੀ ਹੈ, ਹੋਰ ਕੀ ਹੈ ਇਹ। ਐਵੇਂ ਸਾਡੇ ਅੱਜ ਮੀਡੀਆ ਦੇ ਸਾਹਮਣੇ ਆਏ ਹੋ, ਤੁਸੀਂ ਕਹਿ ਰਹੇ ਹੋ ਕਿ ਤੁਹਾਡੀਆਂ ਬੱਸਾਂ ਜਿਹੜੀਆਂ ਨੇ ਉਹਨਾਂ ਦੇ ਪਰਮਿਟ ਕੈਂਸਲ ਕਰ ਦਿੱਤੇ ਗਏ। ਪਹਿਲਾਂ ਤਾਂ ਇਹ ਜ਼ਰੂਰ ਤਾਰੁਫ ਕਰਾਓ ਕਿ ਤੁਹਾਡੀਆਂ ਕਿੰਨੀਆਂ ਕੰਪਨੀਆਂ ਨੇ, ਕਿੰਨੀਆਂ ਬੱਸਾਂ ਨੇ, ਕਿੰਨੀਆਂ ਬੱਸਾਂ ਦੇ ਜਿਹੜੇ ਪਰਮਿਟ ਨੇ ਉਹ ਰੱਦ ਕੀਤੇ ਗਏ? 2 ਮੇਰੀਆਂ ਕੰਪਨੀਆਂ ਜੀ, 70 ਮੇਰੇ ਪਰਮਿਟ ਆ। ਦੋਨਾਂ ਕੰਪਨੀਆਂ ਦੇ ਮੇਰੇ ਸਾਰੇ ਪਰਮਿਟ ਰੱਦ ਕਰਤੇ ਇਹਨਾਂ ਨੇ। ਮਤਲਬ 70 ਬੱਸਾਂ ਤੁਹਾਡੀਆਂ ਰੋਕ ਦਿੱਤੀਆਂ ਗਈਆਂ ਨੇ? ਬਿਲਕੁਲ ਜੀ, ਇਸ ਵੇਲੇ ਸਾਰੀਆਂ ਬੰਦ ਹੋ ਗਈਆਂ। ਕੀ ਵਜ੍ਹਾ ਦੱਸੀ ਗਈ ਹੈ? ਟੈਕਸ ਨਹੀਂ ਭਰਿਆ ਤੁਸੀਂ? ਪਿਛਲੇ ਸਮੇਂ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਇਹੀ ਦਾਅਵਾ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਟੈਕਸ ਨਹੀਂ ਭਰਿਆ ਜਾਂ ਟੈਕਸ ਦੇ ਵਿੱਚ ਚੋਰੀ ਕੀਤੀ ਗਈ ਹੈ ਉਹ ਸਾਰੀਆਂ ਬੱਸਾਂ ਖੜੀਆਂ ਕਰ ਦਿੱਤੀਆਂ ਜਾਣਗੀਆਂ। ਭਾਈ ਸਾਹਿਬ, ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ। ਅਗਰ ਮੈਂ ਡਿਫਾਲਟ ਹਾਂ ਤੇ ਮੈਂ ਇਸ ਦਾਇਰੇ ਦੇ ਵਿੱਚ ਆਉਣਾ ਕਿ ਮੈਂ ਟੈਕਸ ਨਹੀਂ ਭਰਿਆ, ਮੇਰਾ ਪਰਮਿਟ ਕੈਂਸਲ ਹੋਣਾ ਚਾਹੀਦਾ, ਤਾਂ ਆਈ ਸ਼ੁੱਡ ਬੀ ਦਾ ਫਸਟ ਵਨ ਟੂ ਕੈਂਸਲ ਦਾ ਪਰਮਿਟ। ਬਟ ਮੇਰੇ ਨਾਲੋਂ ਵੱਧ ਡਿਫਾਲਟਰ ਸੜਕਾਂ 'ਤੇ ਤੁਰੇ ਫਿਰਦੇ ਆ ਤੇ ਮੇਰੇ ਇਕੱਲੇ ਦੇ ਪਰਮਿਟ ਕੈਂਸਲ ਕੀਤੇ ਜਾਂਦੇ ਆ। ਇਸ ਨੂੰ ਤੁਸੀਂ ਕਿਵੇਂ ਲਾਓਗੇ? ਕਿਹੜੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਸੜਕਾਂ 'ਤੇ ਫਿਰਦੇ ਆ? ਕਾਂਗਰਸੀ ਆਗੂਆਂ ਦੇ ਉੱਪਰ ਤੁਸੀਂ ਨਿਸ਼ਾਨਾ ਸਾਧ ਰਹੇ ਹੋ, ਜਿਵੇਂ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕੀਤੀ। ਹੋਰ ਕਿਹੜੇ ਨੇ? ਤੁਸੀਂ ਪੂਰੀ ਸਟੱਡੀ ਕੀਤੀ ਹੋਏਗੀ। ਜਿਨ੍ਹਾਂ ਨੇ ਟੈਕਸ ਨਹੀਂ ਭਰੇ ਉਹ ਵੀ ਜ਼ਰੂਰ ਦੱਸੋ। ਮੈਂ ਆਮ ਬੰਦੇ ਦੀ ਗੱਲ ਹੀ ਨਹੀਂ ਕਰਦਾ ਜੀ, ਕਿਉਂਕਿ ਮੈਂ ਮੇਰੇ ਭਾਈਚਾਰੇ ਤੇ ਉਹ ਵੀ ਮੇਰਾ ਭਾਈਚਾਰਾ ਹੀ ਆ। ਟਰਾਂਸਪੋਰਟ ਦੇ ਵਿੱਚ ਮੈਂ ਸਿਰਫ ਇਸ ਕਰਕੇ ਉਹਨਾਂ ਦਾ ਨਾਮ ਲੈ ਰਿਹਾ, ਕੋਈ ਮੇਰੀ ਉਹਨਾਂ ਨਾਲ ਨਿੱਜੀ ਰੰਜਿਸ਼ ਨਹੀਂ, ਸਿਰਫ ਇਸ ਕਰਕੇ ਨਾਮ ਲੈ ਰਿਹਾ ਕਿ ਉਹ
ਸਰਕਾਰ ਦੇ ਭਾਗੀਦਾਰ ਆ। ਸਰਕਾਰ 'ਚ ਬਾਵਾ ਹੈਨਰੀ, ਬੇਟਾ ਹੈਨਰੀ ਸਾਹਿਬ ਦਾ MLA ਆ, ਉਹਦੀਆਂ ਬੱਸਾਂ ਦਾ 2 ਕਰੋੜ ਤੋਂ ਉੱਪਰ ਟੈਕਸ ਡਿਊ ਆ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ 1 ਕਰੋੜ ਤੋਂ ਉੱਤੇ ਉਹਨਾਂ ਦਾ ਟੈਕਸ ਡਿਊ ਆ, MLA ਆ ਸਰਕਾਰ 'ਚ। ਡਿੰਪਾ ਜੀ ਨਿਊ ਪਿਆਰ ਬੱਸ ਸਰਵਿਸ ਸਰਕਾਰ ਦੇ ਵਿੱਚ MP ਆ, ਇਹਨਾਂ ਦੀ ਕਾਂਗਰਸ ਪਾਰਟੀ ਦੇ 1 ਕਰੋੜ ਤੋਂ ਉੱਤੇ ਉਹਨਾਂ ਦਾ ਡਿਊ ਆ। ਸਾਰਿਆਂ ਦੇ ਟੈਕਸ ਡਿਊ ਆ। ਮੈਂ ਨਹੀਂ ਕਹਿੰਦਾ ਉਹ ਪੈਸੇ ਖਾ ਗਏ, ਮੈਂ ਨਹੀਂ ਕਹਿੰਦਾ ਉਹਨਾਂ ਨੇ ਜਾਣ ਬੁੱਝ ਕੇ ਤੋੜਿਆ। ਆਮਦਨੀ ਉਦੋਂ ਪੋਜੀਸ਼ਨ ਹੀ ਇਹੋ ਜਿਹੀ ਬਣ ਗਈ ਸੀ ਗੌਰਮੈਂਟ ਦੀ, ਓਪਰੇਟਰਸ ਦੀ। ਕੋਵਿਡ ਦਾ ਦੌਰ ਚੱਲਦਾ ਸੀ, ਸਰਕਾਰ ਨੇ ਸਾਨੂੰ ਕਹਿ ਕੇ ਟੈਕਸ ਤੁੜਵਾਇਆ ਵੀ ਟੈਕਸ ਨਾ ਭਰੋ, ਮੈਂ ਮਾਫ ਕਰੂੰਗਾ, ਸਿਰਫ ਲੋਕਾਂ ਨੂੰ ਸਰਵਿਸ ਦੇ ਦਿਓ। ਚਲੋ ਅਸੀਂ ਇਹਨਾਂ ਦੀ ਗੱਲ ਤੇ ਫੁੱਲ ਚੜਾ ਕੇ ਟੈਕਸ ਨਾ ਪੇ ਕਰਕੇ ਸਰਵਿਸ ਦੇਈ ਗਏ। ਅਨਫੋਰਚੂਨੇਟਲੀ ਕੈਪਟਨ ਸਾਹਿਬ ਉਤਰ ਗਏ ਤੇ ਸਾਡੀ ਬਦਕਿਸਮਤੀ ਨੂੰ ਇਹ ਮੰਤਰੀ ਬਣ ਗਿਆ। ਮੰਤਰੀ ਬਣਨ ਤੋਂ ਬਾਅਦ ਇਹਨਾਂ ਨੇ ਐਕਸ਼ਨ ਸਟਾਰਟ ਕਰਤਾ ਵੀ ਮੈਂ ਤਾਂ ਟੈਕਸ ਮਾਫ ਨਹੀਂ ਕਰਦਾ। ਅਸੀਂ ਅਪੀਲ ਕਰਤੀ RTA ਸਾਹਿਬ ਕੋਲੇ ਵੀ ਸਾਨੂੰ ਯਾਰ ਜੇ ਸਾਨੂੰ ਪਤਾ ਇਹਨੇ ਮਾਫ ਨਹੀਂ ਕਰਨਾ, ਇਹਦਾ ਸੁਭਾਅ ਹੀ ਇਹੋ ਜਿਹਾ ਵੀ ਆਪਦੇ ਨੰਬਰ ਬਣਾਉਣ ਦਾ, ਸਾਡੀਆਂ ਇੰਸਟਾਲਮੈਂਟਸ ਬਣਾ ਦੇ। ਉਹਨਾਂ ਨੇ ਸਾਨੂੰ ਇੰਸਟਾਲਮੈਂਟਸ ਬਣਾਤੀਆਂ। ਅਸੀਂ ਪਹਿਲੀ ਇੰਸਟਾਲਮੈਂਟ 65 ਲੱਖ ਰੁਪਈਆ ਭਰਤੀ, ਭਰਨ ਤੋਂ ਬਾਅਦ ਸਾਡੀਆਂ ਬੱਸਾਂ ਛੱਡਤੀਆਂ RTA ਸਾਹਿਬ। ਤੁਹਾਡਾ ਕਿੰਨਾ ਬਕਾਇਆ ਸੀ ਜਿਹੜਾ ਤੁਸੀਂ ਟੈਕਸ ਨਹੀਂ ਭਰਿਆ ਹੈ? ਪਹਿਲੇ ਇੰਸਟਾਲਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ 65 ਲੱਖ ਰੁਪਈਆ, ਬਾਕੀ ਹੋਰ ਕਿੰਨਾ ਪੈਸਾ ਖੜਾ ਹੋਇਆ ਸੀ? 2.5 ਕਰੋੜ ਦੇ ਕਰੀਬ ਸੀ, ਜਿਹੜਾ ਅਸੀਂ 65 ਲੱਖ ਰੁਪਈਆ ਯਕਮੁਸ਼ਤ ਪਹਿਲੀ ਕਿਸ਼ਤ ਭਰਤੀ। ਆਫਟਰ ਦੈਟ ਉਹਨਾਂ ਨੇ ਸਾਡੀਆਂ ਬੱਸਾਂ ਛੱਡਤੀਆਂ। ਇਹਨੇ ਅਗਲੇ ਦਿਨ ਸਪੈਸ਼ਲ ਉਹਨਾਂ ਨੂੰ ਲੜ ਕੇ ਬੱਸਾਂ ਅੰਦਰ ਦਵਾਈਆਂ। ਮੈਂ ਪੁੱਛਿਆ RTA ਸਾਹਿਬ ਨੂੰ, ਮੈਂ ਕਿਹਾ ਜੀ ਹੁਣ ਕੀ ਪ੍ਰੋਬਲਮ ਹੋ ਗਈ? ਕਹਿੰਦੇ ਜੀ ਮੰਤਰੀ ਜੀ ਕਹਿੰਦੇ ਵੀ ਸਾਰਾ ਭਰਾਓ। ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਹਾਈ ਕੋਰਟ ਨੇ ਸਾਨੂੰ ਵਾਪਸ ਭੇਜ ਕੇ ਕਹਿੰਦੇ ਵੀ ਤੁਸੀਂ STC ਸਾਹਿਬ ਕੋਲੇ ਅਪੀਲ ਪਾਓ, ਤੁਹਾਡੀ ਐਪੀਲੇਟ ਅਥਾਰਟੀ ਉਹ ਆ। ਅਸੀਂ STC ਸਾਹਿਬ ਕੋਲੇ ਅਪੀਲ ਪਾਤੀ, ਅਪੀਲ ਸਾਡੀ ਹਜੇ ਪੈਂਡਿੰਗ ਪਈ ਆ STC ਸਾਹਿਬ ਕੋਲੇ। ਇਹਨਾਂ ਨੇ ਛੇਤੀ ਕਿਤੇ ਸਾਡੇ ਪਰਮਿਟ ਕੈਂਸਲ ਕਰਤੇ। ਤੁਹਾਨੂੰ ਇਹ ਟੀਕਾ ਕਿਉਂ ਲਗਾਇਆ ਗਿਆ? ਤੁਹਾਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਜਾ ਰਿਹਾ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਬਹੁਤ ਲੋਕ ਨੇ, ਹੋਰ ਵੀ ਟਰਾਂਸਪੋਰਟਰ ਨੇ, ਉਹਨਾਂ ਦੀਆਂ ਬੱਸਾਂ ਜਿਉਂ ਦੀਆਂ ਤਿਉਂ ਚੱਲ ਰਹੀਆਂ ਨੇ, ਉਹਨਾਂ ਦਾ ਵੀ ਬਕਾਇਆ ਬਚਿਆ ਹੋਇਆ, ਉਹਨਾਂ ਨੇ ਟੈਕਸ ਨਹੀਂ ਭਰਿਆ। ਤੁਹਾਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਗਿਆ? ਮੈਥੋਂ ਡਰਦਾ ਜੀ, ਪੰਜਾਬੀ 'ਚ ਹਲਕੇ 'ਚ ਇਹਦੀ ਐਕਤੀ ਪਕੜ ਨਹੀਂ ਰਹੀ। ਹਲਕੇ ਦੇ ਵਿੱਚ ਜੋ ਲੋਕ ਸਮਝਦੇ ਆ ਨਾ ਵੀ ਆਪਣਾ ਵੜਿੰਗ ਸਾਹਿਬ ਬਹੁਤ ਉੱਥੇ ਪੋਪੂਲਰ ਆ, ਜਿਹੜਾ ਬੰਦਾ ਹਲਕੇ ਦੇ ਵਿੱਚ ਪੋਪੂਲਰ ਹੋਵੇ, ਜਿਵੇਂ ਬਾਦਲ ਸਾਹਿਬ ਸੀ, ਮੈਂ ਹਮੇਸ਼ਾ ਉਹਨਾਂ ਦੀ ਮਿਸਾਲ ਦਿੰਦਾ ਹੁੰਦਾ। ਕਦੇ ਕਿਸੇ ਦਾ 5 ਪੈਸੇ ਦਾ ਨੁਕਸਾਨ ਨਹੀਂ ਕੀਤਾ ਉਹਨਾਂ ਨੇ, ਕਦੇ ਵੀ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਅੱਜ ਤੱਕ। ਉਹਨਾਂ ਨੂੰ ਆਪਦੇ ਆਪ ਤੇ ਭਰੋਸਾ ਸੀ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ, ਮੈਂ ਇੰਨਾ ਪੋਪੂਲਰ ਹਾਂ। ਤੇ ਇਹੋ ਜਿਹੀਆਂ ਕੁਝੀਆਂ ਹਰਕਤਾਂ ਉਹ ਬੰਦਾ ਕਰਦਾ ਹੁੰਦਾ ਜਿਹੜਾ ਨਾ ਪੋਪੂਲਰ ਹੋਵੇ, ਜਿਹਨੂੰ ਅੰਦਰੋਂ ਅੰਦਰ ਕੋਈ ਚੀਜ਼ ਖਾਂਦੀ ਹੋਵੇ ਵੀ ਯਾਰ ਮੈਂ ਹਾਰ ਨਾ ਜਾਵਾਂ, ਇਹਨਾਂ ਨੂੰ ਮੈਂ ਫਾਈਨੈਂਸ਼ਲੀ ਵੀਕ ਕਰ ਲਾਂ, ਮੈਂ ਇਹਨਾਂ ਨੂੰ ਮੈਂਟਲੀ ਡਿਸਟਰਬ ਕਰਦਾ। ਪਰ ਜਦੋਂ ਲੋਕ ਨਾਲ ਲੱਗ ਜਾਣ ਨਾ ਭਾਈ ਸਾਹਿਬ, ਇਹ ਡਿਸਟਰਬੈਂਸ ਤਾਂ ਸਾਰੀ ਮਹੀਨੇ 1.5 ਮਹੀਨੇ ਦੀ ਗੱਲ ਆ। ਤੁਹਾਨੂੰ ਕਿਉਂ ਲੱਗ ਰਿਹਾ ਕਿ ਰਾਜਾ ਵੜਿੰਗ ਨੂੰ ਹਾਰ ਜਾਣ ਦਾ ਜਿਹੜਾ ਡਰ ਹੈ, ਉਸਦੇ ਮਨ ਦੇ ਅੰਦਰ ਡਰ ਹੈ, ਇਸ ਕਰਕੇ ਕੀਤਾ ਜਾ ਰਿਹਾ? ਭਾਈ ਸਾਹਿਬ ਸਾਰੇ ਪੰਜਾਬ 'ਚੋਂ ਮੈਂ ਹੀ ਇਕੱਲਾ ਵੇਖਿਆ, ਮੇਰੀਆਂ ਇਕੱਲੇ ਦੀਆਂ ਬੱਸਾਂ ਦੇ ਪਰਮਿਟ ਹਟਾਤੇ, ਕੋਈ ਹੋਰ ਵੀ ਸਾਰੀ ਦੁਨੀਆ ਬੈਠੀ ਆ। ਅੱਛਾ ਜੇ ਇਹਨੂੰ ਇੰਨਾ ਹੀ ਆਏ ਵੀ ਮੈਂ ਬਹੁਤ ਸਹੀ ਮੰਤਰੀ ਆ, ਮੈਂ ਬਹੁਤ ਇਨਸਾਫ ਵਾਲਾ ਮੰਤਰੀ ਆ, ਤੇ ਫਿਰ ਹੈਨਰੀ ਸਾਹਿਬ ਦਾ ਇੱਕ ਪਰਮਿਟ ਹੀ ਕੈਂਸਲ ਕਰ ਦੇ, ਡਿੰਪਾ ਜੀ ਦਾ ਕਰ ਦੇ, ਕਿੱਕੀ ਜੀ ਦਾ ਕਰ ਦੇ, ਇੱਕ ਹੀ ਕਰ ਦੇ, ਚੱਲ ਤੂੰ ਬਾਕੀ ਛੱਡ, ਮੈਂ ਮਰ ਜੂਆਂ ਤੈਨੂੰ। ਤੁਸੀਂ ਬਾਦਲ ਸਾਹਿਬ ਦੀ ਉਦਾਹਰਨ ਦਿੱਤੀ ਕਿ ਉਹ ਬੜੇ ਇਮਾਨਦਾਰ ਸੀ, ਉਹ ਬੜੇ ਪਪੂਲਰ ਸੀ, ਪਰ ਦੂਜੇ ਪਾਸੇ ਉਹਨਾਂ ਨੇ ਕਿਸੇ ਦਾ ਕੋਈ 1 ਪੈਸੇ ਦਾ ਨੁਕਸਾਨ ਨਹੀਂ ਕੀਤਾ। ਦੂਜੇ ਪਾਸੇ ਰਾਜਾ ਵੜਿੰਗ ਕਹਿ ਰਹੇ ਨੇ ਕਿ ਅਬਦਾਲੀ ਨੂੰ ਮਾਤ ਦੇ ਦਿੱਤੀ। ਰਾਜਾ ਵੜਿੰਗ ਤਾਂ ਇਹ ਵੀ ਕਹਿੰਦਾ ਸੀ ਮੈਂ ਘਰ ਘਰ ਜਾ ਕੇ ਜੀ ਤੜਾਗੀਆਂ ਬੰਨ੍ਹ ਕੇ ਆਇਆ ਕਰੂੰ। ਰਾਜਾ ਵੜਿੰਗ ਤਾਂ ਇਹ ਵੀ ਕਹਿੰਦਾ ਸੀ ਮੈਂ ਹਰੇਕ ਬੱਚੀ ਨੂੰ ਸਕੂਟਰੀ ਲੈ ਕੇ ਦੇਵਾਂਗਾ। ਰਾਜਾ ਵੜਿੰਗ ਤਾਂ ਇਹ ਵੀ ਕਹਿੰਦਾ ਸੀ ਵੀ ਸਾਡੀ ਬਰਾਤ 4 ਇਨੋਵਾ ਕਾਂਗਰਸ ਪਾਰਟੀ ਰੱਖੂਗੀ। ਇਹ ਤਾਂ ਬਹੁਤ ਗੱਪ ਮਾਰਦੇ ਆ ਜੀ, ਇਹਨਾਂ ਦੀ ਗੱਲਾਂ ਤੇ ਤੁਸੀਂ ਜੇ ਇਹਨਾਂ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਏ ਫਿਰ ਤਾਂ ਸਰ ਗਿਆ। ਇਹ ਤਾਂ ਪੈਰ ਤੇ ਝੂਠ ਮਾਰੀ ਜਾਂਦੇ ਆ ਜੀ, ਹਰ ਗੱਲ ਤੇ ਇਹਨਾਂ ਨੇ ਝੂਠ ਮਾਰਨਾ। ਇਹਨਾਂ ਨੂੰ ਪਤਾ ਨਹੀਂ ਕਾਂਗਰਸ ਪਾਰਟੀ ਨੂੰ ਕਿੱਥੋਂ ਗੁੜਤੀ ਮਿਲੀ ਵੀ ਆ, ਸਾਰੇ ਦਾ ਸਾਰਾ ਝੂਠ ਦਾ ਪਲੰਦਾ। ਉਹੀ ਕੰਮ ਆ ਕੇ ਚੰਨੀ ਸਾਹਿਬ ਨੇ ਫੜ ਲਿਆ, ਹੁਣ ਉਹ ਦੱਬੀ ਤੁਰੇ ਆਉਂਦੇ ਕਿੱਲੀ। ਪਤਾ ਨਹੀਂ ਮਤਲਬ ਕਿ ਕਿੱਥੋਂ ਕਿਹੜੇ ਇਹਨਾਂ ਦਾ ਕਿੱਥੇ ਕਾਲਜ ਆ, ਕਿਹੜਾ ਇਹਨਾਂ ਦਾ ਮਾਸਟਰ ਆ, ਇੱਕੋ ਹੀ ਗੱਲ ਦੱਬੀ ਤੁਰੇ ਆਉਂਦੇ ਆ ਝੂਠ। ਕਿਹੜੇ ਝੂਠ ਦੀ ਗੱਲ ਕਰ ਰਹੇ ਹੋ? ਚੰਨੀ ਸਾਹਿਬ ਕਹਿ ਰਿਹਾ ਵੀ 5.5 ਰੁਪਏ ਰੇਤਾ ਜਾ ਕੇ ਜਿੱਥੋਂ ਮਰਜ਼ੀ ਲੈ ਲਓ, ਮੈਨੂੰ ਇੱਕ ਟਰਾਲੀ ਭਰ ਕੇ ਵਿਖਾ ਦਿਓ, ਜਿੱਥੋਂ ਮਰਜ਼ੀ ਭਰਾ ਦਿਓ, ਪਲੀਜ਼ ਭਰਾ ਦਿਓ ਤੁਸੀਂ।
22 ਰੁਪਈਆਂ ਤੋਂ ਘੱਟ ਅਗਲਾ ਨਾ ਆਪਦੀ ਖੱਡ 'ਚ ਨਹੀਂ ਟਰਾਲੀ ਲਾਉਣ ਦਿੰਦਾ। ਕੀ ਹੈ ਜੀ, ਝੂਠ ਹੀ ਹੈ ਇਹ। ਆਖੀ ਜਾਂਦੇ ਜੀ ਮੈਂ ਬਿਜਲੀ ਸਸਤੀ ਕਰਤੀ, ਬਿੱਲ ਉਹਨਾਂ ਨੂੰ ਐਡੇ ਐਡੇ ਆਈ ਜਾਂਦੇ ਆ, ਅੱਜ ਵੀ ਆਈ ਜਾਂਦੇ ਆ। ਜਦੋਂ ਆਪਾਂ 2 ਕਿਲੋਵਾਟ ਵਾਲੇ ਨੂੰ ਬਿਜਲੀ ਮਾਫ ਕਰਤਾ ਬਿੱਲ ਸਾਰਾ ਪਿਛਲਾ, ਅਗਲਾ ਬਿੱਲ ਉਹਨੂੰ ਆਉਣਾ ਨਹੀਂ, ਫਿਰ ਉਹਨੂੰ ਫਾਰਮ ਕਾਹਦੇ ਭਰਾਉਣੇ ਆ ਜੀ, ਮੈਨੂੰ ਐਂ ਤਾਂ ਦੱਸ ਦਿਓ। ਤੁਹਾਡੀਆਂ ਬੱਸਾਂ ਉਹਨਾਂ ਨੇ ਬੰਦ ਕਰਤੀਆਂ, ਪਰਮਿਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ, ਹੁਣ ਤੁਹਾਡਾ ਅਗਲਾ ਸਟੈਪ ਕੀ ਹੈ? ਮੀਡੀਆ ਦੇ ਸਾਹਮਣੇ ਤਾਂ ਤੁਸੀਂ ਆ ਗਏ, ਤੁਸੀਂ ਆਪ ਕਿਹਾ ਕਿ ਹੁਣ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਤਾਂ ਮੀਡੀਆ ਦੀ ਹੈਲਪ ਲੈਣ ਲਈ ਤੁਸੀਂ ਗੁਹਾਰ ਲਗਾਉਣ ਲਈ ਆਏ ਹੋ, ਤੁਹਾਡਾ ਅਗਲਾ ਸਟੈਪ ਕੀ ਹੈ? ਮੇਰਾ ਅਗਲਾ ਸਟੈਪ ਭਾਈ ਸਾਹਿਬ ਇਹੀ ਆ ਕਿ ਦੇਖੋ, ਚੰਨੀ ਸਰਕਾਰ ਤੋਂ ਤਾਂ ਮੈਨੂੰ ਰਤੀ ਭਰ ਵੀ ਉਮੀਦ ਨਹੀਂ, ਤੁਹਾਨੂੰ ਸਹੀ ਗੱਲ ਦੱਸਾਂ। ਇਨਸਾਫ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਇਹਨਾਂ ਕੋਲੇ। ਮੈਂ ਜਾਊਂਗਾ ਜੀ ਹਾਈ ਕੋਰਟ ਦੇ ਵਿੱਚ, ਜਿਹੜਾ ਇਨਸਾਫ ਦਾ ਮੈਂ ਕਹੂੰਗਾ ਮੰਦਰ ਆ, ਔਰ ਮੈਨੂੰ ਪੂਰਨ ਵਿਸ਼ਵਾਸ ਆ ਕਿ ਉੱਥੋਂ ਮੈਨੂੰ ਇਨਸਾਫ ਮਿਲੂਗਾ, 100% ਮਿਲੂਗਾ। ਕਿਉਂਕਿ ਇਹਨਾਂ ਨੇ ਜੋ ਮੇਰਾ ਨੁਕਸਾਨ ਕੀਤਾ, ਸਾਰੇ ਕਾਨੂੰਨ ਇਹਨਾਂ ਨੇ ਛਿੱਕੇ ਟੰਗ ਕੇ ਕੀਤਾ, ਪਲੱਸ ਹਾਈ ਕੋਰਟ ਦੀ ਵੀ ਹੁਕਮ ਅਦੂਲੀ ਕੀਤੀ ਆ। ਜਿਹੜੀ ਹਾਈ ਕੋਰਟ ਨੇ ਹੁਕਮ ਕੀਤਾ ਸੀ, ਘੱਟੋ ਘੱਟ ਉਹ ਤਾਂ ਮੰਨ ਲੈਂਦਾ, ਉਹਨਾਂ ਚਿਰ ਤਾਂ ਵੇਟ ਕਰ ਲੈਂਦਾ, ਫਿਰ ਤੂੰ ਕੈਂਸਲ ਕਰ ਦਿੰਦਾ, ਉਹ ਵੀ ਨਹੀਂ ਵੇਟ ਕੀਤੀ। ਸੋ ਇਸ ਕਰਕੇ ਮੈਂ ਤਾਂ ਉਹਦਾ ਹੀ ਦਰਵਾਜ਼ਾ ਖੜਕਾਊਂਗਾ ਜੀ, ਹੋਰ ਮੇਰੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ। ਧੰਨਵਾਦ ਜੀ। ਸੋ ਇਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਇਹਨਾਂ ਦੇ ਨਾਲ ਧੱਕਾ ਕਰ ਰਹੇ ਨੇ। ਬਹੁਤ ਸਾਰੇ ਹੋਰ ਵੀ ਟਰਾਂਸਪੋਰਟਰ ਨੇ ਜਿਨ੍ਹਾਂ ਦੀਆਂ ਬੱਸਾਂ ਦੇ ਟੈਕਸ ਜਿਹੜੇ ਬਾਕੀ ਪਏ ਹੋਏ ਨੇ, ਪਰ ਇਹਨਾਂ ਨੂੰ ਬਲੀ ਦਾ ਬੱਕਰਾ ਇਸ ਕਰਕੇ ਬਣਾਇਆ ਜਾ ਰਿਹਾ ਕਿਉਂਕਿ ਰਾਜਾ ਵੜਿੰਗ ਨੂੰ ਆਪਣੇ ਹਲਕੇ ਦੇ ਵਿੱਚ ਹੀ ਹਾਰ ਦਾ ਡਰ ਸਤਾ ਰਿਹਾ ਹੈ। ਕੈਮਰਾਮੈਨ ਗਗਨ ਭਾਰਤੀ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।